औज़ बिल्लाहि मिनश शैतानिर रजीम बिस्मिल्लाहिर रहमानिर रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तकीन अस्सलातु वस्सलामु अला रसूलिल करीम। दोस्तों अस्सलामु अलैकुम। डॉक्टर नसीर कालों हाज़र CNP न्यूज़ तो। दोस्तों कल मैं देख रहा सा सुन रहा सा कि मारंग बलोच नूं भी उम्र कैद की सज़ा हो गई आ दहशतगर्दी अदालत एंटी दहशतगर्दी अदालत ने। अच्छा, इस तो मैनूं याद आ गया एंटी ते दहशतगर्दी तो ਅਸੀਂ ਬੜੇ ਅਰਸੇ ਤੋਂ ਜਦੋਂ ਦੀਆਂ ਅਦਾਲਤਾਂ ਬਣੀਆਂ ਸੀ ਨਾ, ਉਦੋਂ ਦਾ ਪਬਲਿਕ 'ਚ ਆਮ ਤੌਰ ਤੇ ਲੋਕ ਇਹਨੂੰ ਐਂਟੀ ਦਹਿਸ਼ਤਗਰਦੀ ਜਾਂ ਸਜ਼ਾਦੇ ਦਹਿਸ਼ਤਗਰਦੀ ਨਹੀਂ ਕਹਿੰਦੇ, ਬਲਕਿ ਇਹਨਾਂ ਨੂੰ ਦਹਿਸ਼ਤਗਰਦੀ ਅਦਾਲਤਾਂ ਹੀ ਕਹਿੰਦੇ ਨੇ। ਔਰ ਸਾਡੇ ਅਮੂਮਨ ਹੁਣ ਇਹ ਜਿਹੜੀਆਂ ਐਂਟੀ ਦਹਿਸ਼ਤਗਰਦੀ ਜਾਂ ਪੰਜਾਬੀ ਜਿਹਨੂੰ ਦਹਿਸ਼ਤਗਰਦੀ ਅਦਾਲਤਾਂ ਕਹਿੰਦੇ ਨੇ, ਇਹਨਾਂ ਨੇ ਇੱਕ ਨਵਾਂ ਤਰੀਕਾ ਅਖਤਿਆਰ ਕਰ ਲਿਆ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਬਹੁਤ ਅਰਸਾ ਪਹਿਲੇ ਤੋਂ ਵੀ ਇਹ ਚੱਲਦਾ ਆ ਰਿਹਾ ਕਿ ਕਈ ਦੁਕਾਨਦਾਰ ਪਤਾ ਕੀ ਕਰਦੇ ਨੇ, ਉਹ ਛੋਟੀ ਛੋਟੀ ਚੀਜ਼ਾਂ ਲਿਆ ਕੇ ਰੱਖਦੇ 10-10 ਰੁਪਏ 10-10 ਰੁਪਏ ਹਰ ਇੱਕ 10-10 ਰੁਪਏ। ਇਸੇ ਤਰ੍ਹਾਂ ਹੀ ਮੈਂ ਗਿਆ ਸਾਊਦੀ ਅਰਬ ਤੋਂ, ਉੱਥੇ ਕਈ ਦੁਕਾਨਾਂ 'ਚ ਨਾ ਇਸ ਤਰ੍ਹਾਂ ਰੱਖਿਆ ਹੁੰਦਾ ਸੀ ਮਾਲ 2-2 ਰੁਪਏ 2-2 ਰਿਆਲ 2-2 ਰਿਆਲ 2-2 ਰਿਆਲ, ਮਤਲਬ ਹਰ ਚੀਜ਼ 2-2 ਰਿਆਲ ਦੀ ਉੱਥੇ ਮਿਲਦੀ ਆ। ਇਸ ਤਰ੍ਹਾਂ ਹੀ ਸੈਂਟੋਰਸ ਜਾਈਏ ਨਾ ਇਸਲਾਮਾਬਾਦ, ਉੱਥੇ ਵੀ ਇੱਕ ਦੁਕਾਨ ਹੈ ਜਿੱਥੋਂ ਹਰ ਚੀਜ਼ 100-100 ਰੁਪਇਆ 100-100 ਰੁਪਇਆ 100-100 ਰੁਪਇਆ ਮਿਲਦੀ ਆ। ਤੇ ਇਸ ਤਰ੍ਹਾਂ ਹੀ ਹੁਣ ਸਾਡੇ ਐਂਟੀ ਦਹਿਸ਼ਤਗਰਦ ਅਦਾਲਤਾਂ ਜਾਂ ਦਹਿਸ਼ਤਗਰਦੀ ਪੰਜਾਬੀ ਜਿਹਨੂੰ ਕਹਿੰਦੇ ਅਦਾਲਤਾਂ ਨੇ ਵੀ ਇੱਕ ਰੇਟ ਫਿਕਸ ਕਰ ਦਿੱਤਾ 10-10 ਸਾਲ 10-10 ਸਾਲ ਹਰ ਇੱਕ ਨੂੰ 10-10 ਸਾਲ। ਉਹ 40-50 ਬੰਦਿਆਂ ਨੂੰ ਸਾਰਿਆਂ ਨੂੰ ਸਜ਼ਾਵਾਂ ਇੱਕੋ ਜਿਹੇ ਦੇ 10-10 ਸਾਲ ਸਾਰਿਆਂ ਨੂੰ ਅੰਦਰ ਬੰਨੀ ਜਾਣ ਡਿਆ। ਇਹ ਅਦਾਲਤਾਂ ਦੇ ਫੈਸਲੇ ਸੁਣ ਕੇ ਮੈਨੂੰ ਉਹ ਯਾਦ ਆ ਗਏ ਜਿਹੜੇ ਦੁਕਾਨਦਾਰ ਜਿਸ ਤਰ੍ਹਾਂ ਕਰਦੇ, ਸਾਡੇ ਵੀ ਇਹੀ ਸਿਸਟਮ ਲਾਗੂ ਹੋ ਗਿਆ ਵੇ। ਅੱਛਾ, ਦੂਸਰੇ ਨੰਬਰ ਤੇ ਆ ਗਿਆ ਕਿ ਬਲੋਚਿਸਤਾਨ ਦੇ ਵਜ਼ੀਰ ਆਲਾ ਜਨਾਬ ਸਰਫਰਾਜ਼ बुगटी ਸਾਹਿਬ ਨੇ ਵੀ ਨੂਨ ਲੀਗੀਆਂ ਦੀ ਨਕਲ ਕਰਨੀ ਸ਼ੁਰੂ ਕਰਤੀ ਆ ਮਰਕਜ਼ ਔਰ ਸੂਬੇ ਦੀ। ਉਹ ਕਿਸ ਤਰ੍ਹਾਂ ਭਲਾ ਕਿ ਕੰਮ ਕੋ ਕਰੋ ਨਾ ਕਰੋ, ਲੇਕਿਨ ਇਸ਼ਤਿਹਾਰਬਾਜ਼ੀ ਇੰਨੀ ਕਰ ਲਓ, ਆਪਣਾ ਮੂੰਹ ਪੂਰੇ ਪੂਰੇ ਪੇਜ ਦੇ ਉੱਤੇ ਲਗਾ ਕੇ ਇਸ਼ਤਿਹਾਰਬਾਜ਼ੀਆਂ ਸ਼ੇਰੋ ਸ਼ਾਇਰੀ ਉੱਤੇ ਰੰਗ ਬਰੰਗੇ ਆਪਣੇ ਮਕੂਲੇ ਲਗਾ ਲਗਾ ਕੇ ਅਸੀਂ ਇਹ ਵੀ ਕਰ ਦਿੱਤਾ ਅਸੀਂ ਉਹ ਵੀ ਕਰ ਦਿੱਤਾ ਕੀਤਾ, ਭਾਵੇਂ ਕੱਖ ਨਾ ਹੋਵੇ, ਮੁਲਕ ਦਾ ਬੇੜਾ ਗਰਕ ਕੌਮ ਦਾ ਬੇੜਾ ਗਰਕ ਕਰ ਛੱਡਿਆ ਹੋਵੇ, ਲੇਕਿਨ ਇਸ਼ਤਿਹਾਰਬਾਜ਼ੀ 'ਚ ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾਉਣਾ ਜਿਸ ਤਰ੍ਹਾਂ ਨਵੀਂ ਨਵੇਲੀ ਦੁਲਹਨ ਬਣ ਕੇ ਆਉਂਦੀ ਹੈ ਨਾ। ਤੁਸੀਂ ਸੁਣਿਆ ਹੋਣਾ ਜਦੋਂ ਦੁਲਹਨ ਤਿਆਰ ਹੁੰਦੀ ਹੈ ਤਾਂ ਬੜੇ ਹੀ ਖੂਬਸੂਰਤ, ਬਾਅਦ 'ਚ ਪਤਾ ਲੱਗਦਾ ਵੀ ਉਹਦਾ ਕੀ ਚਿਹਰਾ ਸੀ ਤੇ ਕੀ ਉਹਦਾ ਰੰਗ ਸੀ। ਇਸੇ ਤਰ੍ਹਾਂ ਮੈਨੂੰ ਇੱਕ ਲਤੀਫਾ ਛੋਟਾ ਜਿਹਾ ਯਾਦ ਆ ਗਿਆ। ਇੱਕ ਬੰਦਾ ਸੀ, ਉਹਦੀ ਸ਼ਾਦੀ ਹੋਈ ਤੇ ਔਰਤ ਬੜੀ ਖੂਬਸੂਰਤ ਲੱਗੇ ਉਹਦੇ ਦੁਲਹਨ ਬਣ ਕੇ। ਜਦੋਂ ਸਵੇਰ ਨੂੰ ਉਹਨੇ ਮੂੰਹ ਹੱਥ ਧੋਤਿਆ ਤਾਂ ਬੜਾ ਅਜੀਬੋ ਗਰੀਬ ਵਿੱਚੋਂ ਸ਼ਕਲ ਦੀ ਨਿਕਲ ਆਈ। ਉਹਨੇ ਪੁੱਛਿਆ ਆਪਣੀ ਬੀਵੀ ਨੂੰ, ਤੂੰ ਕਿੱਥੋਂ ਮੇਕਅਪ ਕਰਾਇਆ? ਉਹ ਮੇਕਅਪ ਵਾਲੀ ਦੁਕਾਨ ਜਿਹੜਾ ਸੀ ਜਾਂ ਜਿਹੜਾ ਉਹਨਾਂ ਦਾ ਸਲੂਨ ਸੀ ਜਾਂ ਜੋ ਵੀ ਉਹਨੂੰ ਕਹਿੰਦੇ ਬਿਊਟੀ ਪਾਰਲਰ ਕਹਿੰਦੇ ਨੇ, ਉੱਥੇ ਚਲਾ ਗਿਆ। ਉਹਨੇ ਇੱਕ ਪੁਰਾਣਾ ਜਿਹਾ ਲਿਆ ਨੋਕੀਆ ਦਾ ਬਟਨ ਵਾਲਾ ਪੁਰਾਣਾ ਜਿਹਾ ਸੈੱਟ, ਇੱਕ ਮੋਬਾਈਲ ਸੈੱਟ, ਤੇ ਨਵਾਂ ਜਿਹੜਾ ਆਪਣੇ ਹੈ ਸੀ ਨਾ ਐਪਲ ਵਾਲੇ ਸੈੱਟ ਦਾ ਡੱਬਾ ਲਿਆ ਖਾਲੀ, ਉਹਦੇ ਚ ਪਾ ਕੇ ਤੋਂ ਨਾਲ ਲੈ ਕੇ ਉਹਦੇ ਕੋਲ ਚਲਾ ਗਿਆ। ਉਹ ਜਿਹੜੇ ਜਿਹਨੇ ਬਿਊਟੀਸ਼ੀਅਨ ਸੀ ਉਹਦੇ ਕੋਲ ਚਲਾ ਗਿਆ ਲੈ ਕੇ। ਉਹਨੂੰ ਜਾ ਕੇ ਪਤਾ ਕੀਤਾ ਜੀ ਮੇਰੀ ਬੇਗਮ ਦਾ ਕੱਲ ਤੁਸਾਂ ਮੇਕਅਪ, ਉਹਨੇ ਬੜਾ ਖੁਸ਼ ਹੋ ਗਿਆ। ਹਾਂਜੀ, ਉਹਨੇ ਕਿਹਾ ਜੀ ਮੈਂ ਬੜੇ ਤੁਹਾਡੀ ਮਤਲਬ ਤਾਰੀਫ ਕਰਨਾ, ਬੜਾ ਤੁਹਾਨੂੰ ਸਲਾਮ ਕਰਨ ਆਇਆ ਕਿ ਤੁਸੀਂ ਬਹੁਤ ਅੱਛਾ ਮੇਕਅਪ ਕੀਤਾ। ਉਹ ਬੀਬੀ ਬੜੀ ਖੁਸ਼ ਹੋਈ। ਉਹਨੇ ਕਿਹਾ ਜੀ ਮੈਂ ਤੁਹਾਨੂੰ ਗਿਫਟ ਕਰਨਾ ਚਾਹੁੰਦਾ ਇੱਕ ਨਾ ਫੋਨ। ਉਹਨੇ ਜਿਸ ਵੇਲੇ ਡੱਬਾ ਵੇਖਿਆ ਬੀਬੀ ਨੇ ਤਾਂ ਬੜਾ ਹੀ ਖੂਬਸੂਰਤ, ਉਹਨੇ ਜਿਸ ਵੇਲੇ ਖੁਸ਼ ਹੋ ਕੇ ਦੇਖਿਆ ਵੀ ਵਾਕਈ ਬੜਾ ਖੂਬਸੂਰਤ ਡੱਬਾ ਵਾ, ਤੇ ਉਹਨੇ ਕਿਹਾ ਜੀ ਹਾਂ ਮੈਂ ਵਾਕਈ ਬੜਾ ਅੱਛਾ ਉਹਦਾ ਕੰਮ ਕੀਤਾ ਸੀ। ਉਹਨੇ ਕਿਹਾ ਬਿਲਕੁਲ ਠੀਕ ਹੈ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਜਿਸ ਵੇਲੇ ਉਹ ਬੀਬੀ ਨੇ ਖੋਲਿਆ ਨਾ ਡੱਬਾ ਤੇ ਵਿੱਚੋਂ ਨਿਕਲਿਆ ਕੀ ਨੋਕੀਆ 3310 3311। ਅੱਛਾ, ਉਹ ਵੇਖ ਕੇ ਤੋਂ ਬੰਦੇ ਤੇ ਗੱਲ ਪੈ ਗਈ। ਉਹਨੇ ਕਿਹਾ ਤੂੰ ਡੱਬਾ ਕਿਹੋ ਜਿਹਾ ਲਾਇਆ ਤੇ ਵਿੱਚ ਕੀ ਦਿੱਤਾ ਜੀ? ਉਹਨੇ ਕਿਹਾ ਤੇਰਾ ਬੇੜਾ ਕਰਕੇ ਤੂੰ ਜਿਹੋ ਜਿਹਾ ਮੇਰੀ ਬੀਵੀ ਨੂੰ ਬਣਾ ਕੇ ਡੱਬਾ ਐਪਲ ਦਾ ਲਗਾਇਆ ਤੇ ਵਿੱਚੋਂ ਤੂੰ ਨੋਕੀਆ 33 ਸੀ ਉਹ ਮੈਨੂੰ ਮੇਰੇ ਹਵਾਲੇ ਕਰ ਦਿੱਤਾ। ਮਿਸਾਲ ਇਸ ਦੀ ਇਹ ਸੀ ਕਿ ਇਸੇ ਤਰ੍ਹਾਂ ਹੀ ਕੰਮ ਕੋਈ ਕਰੇ ਨਾ ਕਰੇ, ਇਸ਼ਤਿਹਾਰਬਾਜ਼ੀ 'ਚ ਇਸ਼ਤਿਹਾਰਗਰਦੀ ਵਿੱਚ ਕਮਾਲ ਕਰ ਛੱਡਿਆ ਵਾ ਜਨਾਬ। ਅੱਜ ਕੱਲ ਦੇ ਅਖਬਾਰਾਂ ਤੇ ਇਹਨਾਂ ਨੇ ਆਪਣੇ ਸਰਫਰਾਜ਼ ਸਾਹਿਬ ਨੇ ਵੀ, ਤੇ ਚਲੋ ਉਹਨਾਂ ਨੂੰ ਮੁਬਾਰਕ ਹੋਵੇ, ਉਹ ਵੀ ਤਕਰੀਬਨ ਚਲੋ ਅੱਗੇ ਨਹੀਂ ਲੰਘ ਸਕੇ, ਆਪਣੇ ਮਰਕਜ਼ੀ ਹਕੂਮਤ ਸੂਬਾਈ ਹਕੂਮਤ ਦੇ ਚਲੋ ਦੇ ਬਰਾਬਰ ਤੇ ਆ ਗਏ ਨੇ। ਉਸ ਤੋਂ ਬਾਅਦ ਲੈ ਲਓ ਇਸਰਾਈਲ ਦਾ ਇੱਕ ਜਰਨਲਿਸਟ ਆ, ਉਹਨੇ ਇੱਕ ਬੜੀ ਖੌਫਨਾਕ ਗੱਲ ਕੀਤੀ ਹੈ। ਉਹਨੇ ਕਿਹਾ ਕਿ ਜੋ ਹਾਲਾਤ ਬਣਦੇ ਜਾ ਰਹੇ ਨੇ ਨਾ ਅਮਰੀਕਾ ਈਰਾਨ ਦੇ ਨਾਲ, ਯਾਨੀ ਅਮਰੀਕਾ ਔਰ ਈਰਾਨ ਇੱਕ ਨੈਗੋਸੀਏਸ਼ਨ ਚਲੇ ਗਏ, ਇੱਕ ਮੁਆਹਦੇ ਦੇ ਚਲੇ ਗਏ ਜਾਂ ਇੱਕ ਉਹਨਾਂ ਨੇ ਇੱਕ ਐਗਰੀਮੈਂਟ ਤੇ ਚਲੇ ਗਏ ਨੇ। ਉਹਨੇ ਕਿਹਾ ਹੁਣ ਇਸਰਾਈਲ ਦਾ ਤਬਾਹੀ ਇਹਨਾਂ ਲਾਉਣੀ ਆ, ਉਹਦਾ ਇੱਕੋ ਹੀ ਹੱਲ ਹੈ, ਉਹ ਇਹ ਹੱਲ ਹੈ
ਕਿ ਜਿਸ ਤਰ੍ਹਾਂ 9/11 ਜਾਂ 11/9 ਯਾਨੀ 11 ਸਤੰਬਰ ਨੂੰ ਜਿਸ ਤਰ੍ਹਾਂ ਹੋਇਆ ਸੀ ਨਾ ਕਿ ਬੜੇ ਬੜੇ ਵੱਡੇ ਜਿਹੜੇ ਸੀ ਅਮਰੀਕਾ ਦੇ ਸੈਂਟਰ, ਉਹਨਾਂ ਦੇ ਉੱਤੇ ਜਹਾਜ਼ ਵੱਜ ਕੇ ਤੇ ਬਹੁਤ ਬੜੀ ਤਬਾਹੀ ਲੱਥੀ ਸੀ। ਉਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ, ਨੈਟੋ ਨੂੰ ਨਾਲ ਲੈ ਕੇ, ਇੰਨੀ ਸਾਰੀ ਅੱਧੀ ਦੁਨੀਆ ਨੂੰ ਨਾਲ ਰਲਾ ਕੇ ਉਹਨੇ ਹਮਲਾ ਕਰਤਾ। ਉਹਨੇ ਕਿਹਾ ਬਿਲਕੁਲ ਸਾਨੂੰ ਇਸ ਤਰ੍ਹਾਂ ਹੀ ਕਰਨਾ ਪਏਗਾ ਕਿ 9/11 ਦੀ ਤਰ੍ਹਾਂ ਇੱਕ ਹਮਲਾ ਉੱਥੇ ਨਿਊਯਾਰਕ ਤੇ ਕੀਤਾ ਜਾਏ, ਜਿਸ ਤੋਂ ਬਾਅਦ ਅਮਰੀਕਾ ਔਰ ਈਰਾਨ ਦੀ ਫਿਰ ਆਪਸ 'ਚ ਝੜਪਾਂ ਔਰ ਜੰਗ ਸ਼ੁਰੂ ਹੋਵੇ, ਔਰ ਅਮਰੀਕਾ ਬਿਲਕੁਲ ਉਸ ਤਰ੍ਹਾਂ ਹੀ ਕਰੇ ਈਰਾਨ ਦੇ ਨਾਲ ਜਿਸ ਤਰ੍ਹਾਂ ਉਹਨੇ ਅਫਗਾਨਿਸਤਾਨ ਨਾਲ ਕੀਤਾ ਸੀ। ਇਹ ਉਹਦਾ ਜਿਹੜਾ ਬਿਆਨ ਸੀ ਜਾਂ ਉਹਦੀ ਇੱਕ ਸੁਜੈਸ਼ਨ ਸੀ ਜਾਂ ਜੋ ਉਹਦੀ ਪੇਸ਼ਗੋਈ ਸੀ, ਅਗਰ ਇਹਨੂੰ ਅਸੀਂ ਦੇਖਦੇ ਹਾਂ ਤੇ ਅਮਰੀਕਾ ਵਾਸਤੇ ਇੱਕ ਲਾਈਨ ਇਸਰਾਈਲ ਜਾਂ ਇਸਰਾਈਲ ਦਾ ਨਤਨਯਾਹੂ ਜਿਹੜਾ ਉਹ ਇੱਕ ਲਾਈਨ ਦੇ ਰਿਹਾ ਕਿ ਹੁਣ ਅਮਰੀਕਾ ਇਸ ਤਰ੍ਹਾਂ ਕਰੇ ਜਾਂ ਅਸੀਂ। ਤੁਹਾਨੂੰ ਯਾਦ ਹੋਣਾ ਕਿ ਪਿਛਲੀ ਦਫਾ ਜਦੋਂ ਉਦੋਂ 9/11 ਹੋਇਆ ਨਾ 2000 ਦੇ ਕਰੀਬ ਕਰੀਬ, ਉਦੋਂ ਵੀ ਇਸ ਤਰ੍ਹਾਂ ਹੀ ਹੋਇਆ ਸੀ ਕਿ ਉਹ ਕੀਤਾ ਇਸਰਾਈਲ ਨੇ ਸੀ, ਔਰ ਆਮ ਤੌਰ ਤੇ ਨੈਗੋਸੀਏਸ਼ਨ 'ਚ ਗੱਲਾਂ ਜਾਂ ਜਿੱਥੇ ਲੋਕ ਬੈਠਦੇ ਸੀ, ਜਿੱਥੇ ਕੋਈ ਗੱਲਾਂ ਹੁੰਦੀਆਂ ਸੀ ਨਾ ਇਸ ਮੌਜੂ ਤੇ, ਉੱਥੇ ਇਹੀ ਪੁਆਇੰਟ ਡਿਸਕਸ ਹੁੰਦਾ ਸੀ ਕਿ ਸਭ ਕੁਝ ਇਸਰਾਈਲ ਨੇ ਕਰਾਇਆ ਔਰ ਸਾਰੇ ਯਹੂਦੀ ਉਸ ਦਿਨ ਹਫਤੇ ਦੇ ਦਿਨ ਸਬਤ ਦੇ ਉੱਤੇ ਛੁੱਟੀ ਦੇ ਸਨ ਔਰ ਉਹਦੇ ਪਿੱਛੇ ਇਸਰਾਈਲ ਦਾ ਹੱਥ ਸੀ। ਹੁਣ ਵੀ ਲਾ ਮੁਹੱਲਾ ਕੋਈ ਨਾ ਕੋਈ ਇਸਰਾਈਲ ਇਸ ਤਰ੍ਹਾਂ ਦੀ ਸ਼ਰਾਰਤ ਜ਼ਰੂਰ ਕਰੇਗਾ ਕਿ ਅਮਰੀਕਾ ਦੇ ਅੰਦਰ, ਬਰਤਾਨੀਆ ਦੇ ਅੰਦਰ ਜਾਂ ਕਿਸੇ ਬੜੇ ਮੁਲਕ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਜਾਏ ਔਰ ਉਹਦਾ ਸਾਰਾ ਮਲਬਾ ਈਰਾਨ ਦੇ ਉੱਤੇ ਡਾਲਿਆ ਜਾਏ। ਲਿਹਾਜ਼ਾ ਅਮਰੀਕਾ ਦੇ ਸਦਰ ਟਰੰਪ ਨੂੰ, ਅਮਰੀਕਾ ਦੀ CIA ਨੂੰ, ਅਮਰੀਕਾ ਦੀ ਇੰਟੈਲੀਜੈਂਸ ਨੂੰ ਔਰ ਬਾਕੀ ਮੁਲਕਾਂ ਦੀ ਇੰਟੈਲੀਜੈਂਸ ਜਿਹੜੀ ਏਜੰਸੀਆਂ ਨੇ, ਸਾਰਿਆਂ ਨੂੰ ਇਸ ਗੱਲ ਤੇ ਗੌਰ ਵੀ ਕਰਨਾ ਚਾਹੀਦਾ, ਸੋਚ ਵੀ ਕਰਨੀ ਚਾਹੀਦੀ, ਦੇਖਣਾ ਵੀ ਚਾਹੀਦਾ ਕਿ ਅਮਰੀਕਾ ਦੇ ਅੰਦਰ ਜਾਂ ਕਿਸੇ ਦੂਸਰੇ ਮੁਲਕ ਦੇ ਅੰਦਰ ਇਸਰਾਈਲ ਇਹੋ ਜਿਹਾ ਕੋਈ ਪੰਗਾ ਨਾ ਲਵੇ, ਇਸਰਾਈਲ ਇਹੋ ਜਿਹੀ ਕੋਈ ਦਹਿਸ਼ਤਗਰਦੀ ਨਾ ਕਰੇ, ਤਖਰੀਬਕਾਰੀ ਨਾ ਕਰੇ, ਜਿਹਦੇ ਨਾਲ ਆ ਜਿਹੜਾ ਬਸਾਤ ਬਣੀ ਆ, ਜਿਹਦੇ 'ਚ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ, ਬੜੀ ਕੋਸ਼ਿਸ਼ ਕੀਤੀ ਆ, ਔਰ ਉਹਦੇ ਨਾਲ 2 ਹੋਰ ਮੁਲਕ ਵੀ ਸ਼ਾਮਲ ਨੇ ਉਹਨਾਂ ਦੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ, ਉਹ ਸਿਰੇ ਚੜ ਜਾਏ। ਅੱਲਾਹ ਹਾਫਿਜ਼, अस्सलाम वालेकुम। ठीक हो गया जी? हाँ जी, लम्हा जा रहा है इस काम। नहीं पॉइंट सही है, जबरदस्त तकरीबन सही ਹੁੰਦੇ ਰੋਜ਼ਾ, बिल्कुल सही होंगे। हम लोग वेखते भी ने कल वाला जो 20 लाख परसों वाले 2 चढ़े थे वो बड़े अच्छे चढ़े हैं।